ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਸੋਹਣਾ ਜਾ ਰਿਹਾ ਹੋਵੇਗਾ। ਆਓ ਕਰੀਏ ਸ਼ੁਕਰਾਨਾ ਉਸ ਪਰਮਾਤਮਾ ਦਾ ਜਿਹਨੇ ਇਹ ਵਧੀਆ ਦਿਨ ਸਾਨੂੰ ਦਿੱਤਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਹਾਥੀ ਬੜਾ ਹੀ ਸੋਹਣਾ, ਬਾਕੀ ਸਾਰਿਆਂ ਦੇ ਨਾਲੋਂ ਵੱਖਰੇ ਰੰਗ ਦਾ, ਜੰਗਲ ਦੇ ਵਿੱਚ ਬੈਠਾ ਇੱਕ ਦੂਸਰੇ ਹਾਥੀ ਨੂੰ ਅੰਬ ਤੋੜ ਤੋੜ ਕੇ, ਪੱਤੇ ਤੋੜ ਤੋੜ ਕੇ ਖਵਾ ਰਿਹਾ। ਲਾਗੋਂ ਦੇ ਕਹਿੰਦੇ ਨੇ ਰਾਜਾ ਉਸ ਟਾਈਮ ਸ਼ਿਕਾਰ ਖੇਡਣ ਦੇ ਲਈ ਲੰਘ ਰਿਹਾ ਹੈ। ਰਾਣੀ ਨੇ ਪੁੱਛਿਆ ਰਾਜੇ ਨੂੰ ਕਿ ਇਹ ਹਾਥੀ ਇਦਾਂ ਕਿਉਂ ਕਰ ਰਿਹਾ। ਦੂਸਰਾ ਹਾਥੀ ਆਪ ਕਿਉਂ ਨਹੀਂ ਉੱਠ ਕੇ ਕੁਛ ਖਾਂਦਾ। ਇਹ ਸਾਰਾ ਕੁਛ ਵਧੀਆ ਵਧੀਆ ਤੋੜ ਕੇ, ਜਿੰਨੇ ਵੀ ਫਲ, ਜਿੰਨੇ ਵੀ ਵਧੀਆ ਵਧੀਆ ਪੱਤੇ ਨੇ, ਇਹ ਤੋੜ ਤੋੜ ਕੇ ਉਹਦੇ ਮੂੰਹ ਦੇ ਵਿੱਚ ਪਾ ਰਿਹਾ। ਇਸ ਚੀਜ਼ ਤੋਂ ਰਾਜਾ ਵੀ ਬਹੁਤ ਪ੍ਰਭਾਵਿਤ ਹੋਇਆ। ਦੋਵਾਂ ਨੇ ਸੋਚਿਆ ਹੋਵੇ ਨਾ, ਤੇ ਇਸ ਸਿਆਣੇ ਸੱਚੇ ਹਾਥੀ ਨੂੰ ਆਪਾਂ ਆਪਣੇ ਨਾਲ ਮਹਿਲਾਂ ਦੇ ਵਿੱਚ ਲੈ ਜਾਈਏ। ਕਿੰਨਾ ਵਧੀਆ ਆਗਿਆਕਾਰ, ਕਿੰਨੀ ਇਹ ਮਦਦ ਕਰਨ ਵਾਲਾ। ਇਸੇ ਤਰ੍ਹਾਂ ਦੇ ਨਾਲ ਹੀ ਹੋਇਆ। ਕਹਿੰਦੇ ਨੇ ਇਸ ਹਾਥੀ ਨੂੰ ਫੜ ਕੇ ਜ਼ਬਰਦਸਤੀ ਆਪਣੇ ਨਾਲ ਰਾਜਾ ਮਹਿਲਾਂ ਦੇ ਵਿੱਚ ਲੈ ਗਿਆ। ਇੱਕ ਦਿਨ, 2 ਦਿਨ, ਹਫ਼ਤੇ, 2 ਹਫ਼ਤੇ, ਮਹੀਨਾ ਬੀਤਣ ਦੇ ਉੱਤੇ ਆਇਆ। ਪਰ ਇਸ ਹਾਥੀ ਨੇ ਰਾਜੇ ਦੇ ਮਹਿਲਾਂ ਦੇ ਵਿੱਚ ਜਾ ਕੇ ਕਿਸੇ ਵੀ ਚੀਜ਼ ਨੂੰ ਮੂੰਹ ਤੱਕ ਨਹੀਂ ਲਾਇਆ। ਰਾਜੇ ਨੇ ਤਰ੍ਹਾਂ ਤਰ੍ਹਾਂ ਦੇ ਫਲ ਆਫਰ ਕੀਤੇ, ਤਰ੍ਹਾਂ ਤਰ੍ਹਾਂ ਦੇ ਤਾਜ਼ੇ ਪੱਤੇ, ਪੁੱਛਗਿੱਛ ਕੀਤੀ, ਜੋ ਵੀ ਹਾਥੀਆਂ ਨੂੰ ਪਸੰਦ ਆ ਸਾਰਾ ਕੁਛ ਉਹ ਦਿੱਤਾ। ਪਰ ਇਹਨੇ ਕਿਸੇ ਵੀ ਚੀਜ਼ ਨੂੰ ਮੂੰਹ ਨਹੀਂ ਲਾਇਆ। ਆਖਰਕਾਰ ਰਾਜਾ ਮਜਬੂਰ ਹੋ ਕੇ ਇੱਕ ਦਿਨ ਹਾਥੀ ਨੂੰ ਵੇਖਣ ਦੇ ਲਈ ਆਇਆ ਤੇ ਪੁੱਛਿਆ, ਮੈਂ ਤੈਨੂੰ ਆਪਣੇ ਮਹਿਲਾਂ ਦੇ ਵਿੱਚ ਰੱਖਣਾ ਚਾਹੁੰਦਾ। ਤੈਨੂੰ ਮੈਂ ਇੰਨੀਆਂ ਸਾਰੀਆਂ ਸੁੱਖ ਆਰਾਮ ਦੀਆਂ ਸਹੂਲਤਾਂ ਦਿੱਤੀਆਂ ਨੇ, ਤੇ ਆਖਰਕਾਰ ਤੂੰ ਖਾਂਦਾ ਕਿਉਂ ਨਹੀਂ? ਜੇ ਇੱਦਾਂ ਤੂੰ ਨਾ ਖਾਧਾ ਤੇ ਥੋੜੇ ਦਿਨ ਹੋਰ ਇਸ ਤੋਂ ਬਾਅਦ ਤੇ ਤੂੰ ਮਰ ਜਾਏਗਾ। ਤੂੰ ਦੱਸ ਕਿੱਦਾਂ ਦਾ ਖਾਣਾ ਤੈਨੂੰ ਪਸੰਦ ਹੈ? ਤੈਨੂੰ ਉਸੇ ਤਰ੍ਹਾਂ ਦਾ ਹੀ ਪ੍ਰੋਵਾਈਡ ਕੀਤਾ ਜਾਊਗਾ, ਉਸੇ ਤਰ੍ਹਾਂ ਦਾ ਤੈਨੂੰ ਦਿੱਤਾ ਜਾਊਗਾ। ਮੇਰੇ ਕੋਲੋਂ ਤੇਰੀ ਇਹ ਹਾਲਤ ਵੇਖੀ ਨਹੀਂ ਜਾਂਦੀ। ਕਹਿੰਦੇ ਹਾਥੀ ਨੇ ਕਿਹਾ, ਜੰਗਲ ਦੇ ਵਿੱਚ ਜਦੋਂ ਤੁਸੀਂ ਮੈਨੂੰ ਫੜ ਕੇ ਲਿਆਂਦਾ ਸੀ, ਉਸ ਟਾਈਮ ਮੈਂ ਆਪਣੇ ਇੱਕ ਹਾਥੀ ਨੂੰ ਖਾਣਾ ਦਾਣਾ ਖਵਾ ਰਿਹਾ ਸੀ। ਰਾਜਾ, ਉਹ ਮੇਰੀ ਮਾਂ ਸੀ। ਜੰਗਲ ਦੇ ਵਿੱਚ ਕਿਸੇ ਵਜ੍ਹਾ ਕਰਕੇ ਮੇਰੀ ਮਾਂ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ। ਮੇਰੀ ਮਾਂ ਨੂੰ ਦਿਖਦਾ ਨਹੀਂ। ਹੁਣ ਉਹਨੂੰ ਪਤਾ ਨਹੀਂ ਲੱਗਦਾ ਕਿਹੜੇ ਪਾਸੇ ਜਾਣਾ, ਕੋਈ ਅੱਗੇ ਸ਼ਿਕਾਰੀ ਨਾ ਹੋਵੇ। ਉਹਨੂੰ ਪਤਾ ਨਹੀਂ ਲੱਗਦਾ। ਉਹ ਸਾਰਾ ਕੁਛ ਜਿਹੜਾ ਮੈਂ ਅੱਖਾਂ ਦੇ ਨਾਲ ਵੇਖ ਕੇ ਪਤਾ ਕਰਕੇ ਉਹਨੂੰ ਦੱਸਦਾ। ਤੇ ਜਿਹੜੇ ਸਮੇਂ ਤੁਸੀਂ ਮੈਨੂੰ ਫੜ ਕੇ ਲਿਆਂਦਾ, ਮੈਂ ਆਪਣੀ ਮਾਂ ਦੇ ਪਸੰਦੀਦਾ ਪੱਤੇ ਉਹਨੂੰ ਤੋੜ ਤੋੜ ਕੇ ਦੇ ਰਿਹਾ ਸੀ। ਉਹਨੂੰ ਅੰਬ ਦੇ ਰਿਹਾ ਸੀ, ਹੋਰ ਜਿਹੜੇ ਵੀ ਫਰੂਟ ਉਹ ਪਸੰਦ ਕਰਦੀ, ਉਹ ਸਾਰੇ ਫਲ ਮੈਂ ਤੋੜ ਤੋੜ ਕੇ ਉਹਨੂੰ ਦਿੰਦਾ ਸੀ। ਤੇ ਜਿੰਨੀ ਦੇਰ ਮੇਰੀ ਮਾਂ ਭੁੱਖੀ ਆ, ਮੈਂ ਤਾਂ ਇੱਕ ਪੱਤਾ ਵੀ ਆਪਣੇ ਸੰਗ 'ਚ ਨਹੀਂ ਲਾਉਣਾ। ਜੇ ਮੇਰੀ ਮਾਂ ਭੁੱਖ ਦੇ ਨਾਲ ਮਰ ਗਈ ਤੇ ਮੈਂ ਵੀ ਜੀ ਕੇ ਕੀ ਕਰਨਾ? ਬਾਕੀ ਤੇਰੀ ਮਰਜ਼ੀ, ਤੂੰ ਇਸ ਰਾਜ ਦਾ ਕਰਤਾ ਧਰਤਾ, ਤੇਰੇ ਅੱਗੇ ਜ਼ੋਰ ਕਾਹਦਾ? ਕਹਿੰਦੇ ਨੇ ਰਾਜਾ ਬੇਵੱਸ ਹੋਇਆ ਤੇ ਰਾਜੇ ਨੇ ਵਿਚਾਰ ਕੀਤਾ ਕਿ ਇਹਨੂੰ ਵਾਪਸ ਫੇਰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ। ਰਾਜੇ ਨੇ ਕਿਹਾ, ਜੇ ਤੈਨੂੰ ਵਾਪਸ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ ਤੇ ਕੀ ਕਰੇਗਾ? ਹਾਥੀ ਨੇ ਕਿਹਾ, ਜੇ ਤੂੰ ਮੈਨੂੰ ਵਾਪਸ ਜੰਗਲ ਦੇ ਵਿੱਚ ਛੱਡ ਦੇਂਗਾ ਤੇ ਜੇ ਮੈਂ ਆਪਣੀ ਮਾਂ ਨੂੰ ਲੱਭ ਲਿਆ, ਮੇਰੀ ਮਾਂ ਹਾਲੇ ਵੀ ਜਿਉਂਦੀ ਹੋਈ, ਤੇ ਯਕੀਨ ਮੰਨ, ਮੇਰੀ ਮਾਂ ਨੇ ਤੈਨੂੰ ਇਹੋ ਜਿਹੀਆਂ ਦੁਆਵਾਂ ਦੇਣੀਆਂ ਕਿ ਜੋ ਕੁਛ ਵੀ ਤੂੰ ਚਾਹੁੰਦਾ ਹੈ ਉਹ ਤੇਰਾ ਪੂਰਾ ਹੋ ਜਾਊ। ਤੇ ਕਹਿੰਦੇ ਕੋਲ ਖਲੋਤੀ ਰਾਣੀ ਨੇ ਕਿਹਾ, ਕੀ ਤੇਰੀ ਮਾਂ ਮੇਰੀ ਕੁੱਖ ਵੀ ਹਰੀ ਕਰ ਸਕਦੀ? ਰਾਜੇ ਨੇ ਵਿੱਚੇ ਟੋਕਦਿਆਂ ਕਿਹਾ, ਨਹੀਂ। ਕੀ ਤੈਨੂੰ ਪਤਾ ਨਹੀਂ?
ਬਹੁਤ ਸਾਰੇ ਵੈਦ ਜੋਤਸ਼ੀ ਤੈਨੂੰ ਆਲਰੇਡੀ ਦੱਸ ਚੁੱਕੇ ਨੇ ਕਿ ਤੇਰੀ ਕੁੱਖ ਕਦੀ ਵੀ ਹਰੀ ਨਹੀਂ ਹੋ ਸਕਦੀ, ਤੇ ਤੂੰ ਇਸ ਚੀਜ਼ ਦੀ ਚਿੰਤਾ ਵੀ ਨਾ ਕਰ। ਮੈਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੇਰੀ ਕੁੱਖ ਹਰੀ ਹੁੰਦੀ ਜਾਂ ਨਹੀਂ ਹੁੰਦੀ। ਮੈਂ ਤੈਨੂੰ ਉੱਦਾਂ ਹੀ ਪਿਆਰ ਕਰਦਾ ਤੇ ਇਸੇ ਤਰ੍ਹਾਂ ਦੇ ਨਾਲ ਕਰਦਾ ਰਹੂੰਗਾ, ਤੇ ਵਾਅਦਾ ਕਰਦਾ ਹੋਰ ਵਿਆਹ ਵੀ ਨਹੀਂ ਕਰਾਂਗਾ। ਕਹਿੰਦੇ ਨੇ ਰਾਜੇ ਨੇ ਉਸ ਹਾਥੀ ਨੂੰ ਵਾਪਸ ਜੰਗਲ ਦੇ ਵਿੱਚ ਛੱਡਿਆ, ਤੇ ਇਸ ਹਾਥੀ ਨੇ ਆਪਣੀ ਮਾਂ ਨੂੰ ਲੱਭਿਆ। ਉਸ ਟਾਈਮ ਤੱਕ ਕਹਿੰਦੇ ਨੇ ਕਿ ਮਾਂ ਬਹੁਤ ਭੁੱਖ ਪਿਆਸ ਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ। ਇੱਕ ਚਿੱਕੜ ਦੇ ਵਿੱਚ ਬੈਠੀ ਮਾਂ ਨੂੰ ਲੱਭਿਆ। ਦੋਵੇਂ ਮਾਂ ਪੁੱਤ ਜਦੋਂ ਮਿਲੇ ਨੇ, ਰਾਜਾ ਤੇ ਰਾਣੀ, ਇਹ ਦੋਵੇਂ ਜਾਣੇ ਵੇਖ ਰਹੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਇਹਨਾਂ ਦੋਵਾਂ ਦਾ ਮਿਲਾਪ ਹੋਇਆ। ਸੰਤਾਂ ਉਹ ਭਾਵੇਂ ਜਾਨਵਰ, ਪਰ ਇਹ ਇਨਸਾਨ ਵੀ ਵੇਖ ਕੇ ਆਪਣਾ ਅੱਖਾਂ 'ਚੋਂ ਅੱਥਰੂ ਡੁੱਲਦਾ ਨਾ ਰੋਕ ਸਕੇ। ਝਟਪਟ ਉਸ ਹਾਥੀ ਨੇ ਭੱਜ ਕੇ ਜਾ ਕੇ ਮਾਂ ਦੇ ਲਈ ਕੁਝ ਖਾਣ ਲਈ ਲੈ ਕੇ ਆਂਦਾ, ਤੇ ਉਸ ਮਾਂ ਨੇ ਮਨਾ ਕਰਦੇ ਹੋਏ ਪਹਿਲਾਂ ਪੁੱਤ ਦੇ ਮੂੰਹ 'ਚ ਪਾਇਆ, ਜਿੱਦਾਂ ਜਾਣਦੀ ਹੋਵੇ ਕਿ ਇਹਨੇ ਵੀ ਕੁਝ ਨਹੀਂ ਖਾਧਾ। ਹੁਣ ਦੋਵਾਂ ਨੇ ਰੱਜ ਕੇ ਖਾਧਾ, ਇੱਕ ਦੂਸਰੇ ਦੇ ਨਾਲ ਮਿਲਾਪ ਕੀਤਾ। ਤੇ ਹਾਥੀ ਦੀ ਮਾਂ ਨੇ ਪੁੱਛਿਆ, ਪੁੱਤ ਕਿੱਥੇ ਗਿਆ ਸੀ, ਕਿਹੜੇ ਹਾਲਾਤਾਂ ਦੇ ਵਿੱਚ ਰਿਹਾ? ਮੈਂ ਤੇ ਤੇਰੀ ਬੜਾ ਚਿੰਤਾ ਕਰਦੀ ਸੀ, ਤੇ ਫਿਰ ਵਾਪਸ ਮੇਰੇ ਕੋਲ ਕਿੱਦਾਂ ਆਇਆ? ਇੱਕੋ ਸਾਏ ਕਾਫੀ ਸਵਾਲ ਪੁੱਛ ਮਾਰੇ। ਤੇ ਹਾਥੀ ਨੇ ਕਿਹਾ, ਮਾਂ ਇਸ ਰਾਜ ਦਾ ਰਾਜਾ ਬਹੁਤ ਚੰਗਾ, ਉਹ ਮੈਨੂੰ ਲੈ ਤਾਂ ਗਿਆ ਸੀ, ਫਿਰ ਇੱਦਾਂ ਮੈਨੂੰ ਵਾਪਸ ਛੱਡਤਾ। ਤੇ ਕਹਿੰਦੇ ਨੇ ਉਸ ਸਮੇਂ ਹਾਥੀ ਦੀ ਮਾਂ ਦੇ ਦਿਲੋਂ ਦੁਆਵਾਂ ਨਿਕਲੀਆਂ ਕਿ ਉਹਦਾ ਵੀ ਪੁੱਤ ਸਲਾਮਤ ਰਵੇ। ਜਿਹਨੇ ਮੇਰੇ ਪੁੱਤ ਨੂੰ ਸਲਾਮਤ ਵਾਪਸ ਭੇਜਿਆ, ਉਹਦਾ ਵੀ ਪੁੱਤ ਸਲਾਮਤ ਰਵੇ। ਇਹਨਾਂ ਸੁਣ ਕੇ ਰਾਜਾ ਤੇ ਰਾਣੀ ਉੱਥੋਂ ਵਾਪਸ ਆ ਜਾਂਦੇ ਨੇ। ਪਰ ਇਸ ਕਥਾ ਦੇ ਮੁਤਾਬਕ ਕਹਿੰਦੇ ਨੇ ਕਿ ਉਸ ਤੋਂ ਬਾਅਦ ਇੱਕ ਅਚੰਭਾ ਹੋਇਆ। ਹੈਰਾਨੀ ਹੋਈ ਸਾਰਿਆਂ ਨੂੰ ਜਦੋਂ ਰਾਣੀ ਦੀ ਕੁੱਖ ਹਰੀ ਹੋ ਜਾਂਦੀ ਹੈ, ਕਿਉਂਕਿ ਇਹ ਸੀ ਇੱਕ ਦੁਆ ਮਾਂ ਦੇ ਦਿਲ ਚੋਂ ਨਿਕਲੀ। ਤੇ ਕਹਿੰਦੇ ਨੇ ਜਿਹੜੀ ਮਾਂ ਦੇ ਦਿਲ ਚੋਂ ਦੁਆ ਨਿਕਲਦੀ ਆ, ਉਹਨੂੰ ਫਿਰ ਰੱਬ ਵੀ ਨਹੀਂ ਰੋਕ ਸਕਦਾ। ਇਸ ਕਰਕੇ ਮਾਵਾਂ ਦੀਆਂ ਹਮੇਸ਼ਾ ਤੋਂ ਸਾਨੂੰ ਅਸੀਸਾਂ ਹੀ ਲੈਣੀਆਂ ਚਾਹੀਦੀਆਂ ਨੇ। ਮਾਵਾਂ ਦੇ ਕੋਲੋਂ ਕਦੀ ਵੀ ਬਦਦੁਆ ਨਹੀਂ ਲੈਣੀ ਚਾਹੀਦੀ। ਮਾਂ ਦੇ ਅੱਗੇ ਕਹਿੰਦੇ ਨੇ ਰੱਬ ਵੀ ਬੇਵੱਸ ਹੋ ਜਾਂਦਾ ਜੇ ਦਿਲੋਂ ਕਿਸੇ ਨੂੰ ਦੁਆ ਦੇ। ਇਹ ਕਥਾ ਜਿਹੜੀ ਭਾਰਤ ਦੇ ਕਾਫੀ ਹਿੱਸਿਆਂ ਦੇ ਵਿੱਚ ਬਹੁਤ ਮਸ਼ਹੂਰ ਹੈ। ਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਪਸੰਦ ਕੀਤੀ ਹੋਵੇਗੀ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।